A very warm welcome to all my students. I am Shikha Arora, lecturer in English at Government Senior Secondary Smart School, Sekha. Our today's topic is use of non-finites. With today's lecture, you will be able to explain what is a finite verb and non-finite verb, and you will be able to use infinitives, gerunds and participles. बट हुने ਹੁੰਦੇ ਕੀ ਨੇ ਮੇਨ ਆਪਣੀ ਪ੍ਰੋਬਲਮ ਇਹ ਆ ਗਈ ਕਿ ਗੱਲ ਕਰ ਲਈ ਆਪਾਂ ਕਿ ਆਪਾਂ ਮਤਲਬ ਨਾਨ ਫਾਈਨਾਈਟਸ ਦਾ ਯੂਜ਼ ਸਿੱਖਣਾ ਹੈਗਾ ਇਨਫਿਨਿਟਿਵਸ ਜੀਰੰਡਸ ਪਾਰਟਿਸਿਪਲਸ ਬਾਰੇ ਸਿੱਖਣਾ ਹੈਗਾ ਬਟ ਵੀ ਆਰ not in knowledge of anything like this ਤਾਂ ਹੁਣ ਆਪਾਂ ਸਿੱਖਣ ਜਾ ਰਹੇ ਹਾਂ ਜਦੋਂ ਆਪਾਂ ਨੂੰ ਇੱਕ ਗੱਲ ਪਤਾ ਲੱਗ ਗਈ ਕਿ ਆਪਾਂ ਵਰਬ ਬਾਰੇ ਕੁਝ ਸਿੱਖਣ ਜਾ ਰਹੇ ਹਾਂ तो we must be knowing what a verb is. Again, base ਜਿਹੜਾ ਹੈਗਾ ਟੌਪਿਕ ਦਾ ਉਹਦੇ ਤੋਂ ਆਪਾਂ ਸ਼ੁਰੂ ਕਰਨਾ ਹੈ ਤਾਂ ਹਾਲਾਂਕਿ ਬਚਪਨ ਤੋਂ ਹੀ ਸਿਖਾ ਦਿੱਤਾ ਜਾਂਦਾ ਹੈ ਕੋਈ ਵੀ ਲੈਂਗੁਏਜ ਹੋਵੇ ਜਾਂ ਆਪਾਂ ਨਾਰਮਲੀ ਆਪਣੀ ਮਦਰ ਟੰਗ ਦੇ ਵਿੱਚ ਵੀ ਬੋਲਦੇ ਆ ਤਾਂ ਵੀ ਆਪਾਂ ਨੂੰ ਪਤਾ ਹੁੰਦਾ ਹੈ ਕਿ ਜਿਹੜਾ ਕੋਈ ਐਕਸ਼ਨ ਵਰਡ ਹੈ ਜਾਂ ਕੋਈ ਅਕਰੈਂਸ ਬਾਰੇ ਕੁਝ ਦੱਸ ਰਿਹਾ ਹੈ ਤਾਂ ਉਹ ਸਾਡੇ ਕੋਲ ਵਰਬ ਹੁੰਦਾ ਹੈ ਜਿਵੇਂ ਅਗਰ ਮੈਂ ਨਾਰਮਲ ਪੰਜਾਬੀ ਦੇ ਵਿੱਚ ਹੀ ਗੱਲ ਕਰਾਂ ਤਾਂ ਮੈਂ ਖਾਣਾ ਖਾਦਾ ਉਹ ਗਿਆ ਇਸ ਤਰ੍ਹਾਂ ਦੇ ਵਰਡ ਜਿਹੜੇ ਐਕਸ਼ਨ ਕੁਝ ਸ਼ੋ ਕਰ ਰਹੇ ਨੇ ਬਟ ਵੀ ਵਿਲ ਬੀ ਟਾਕਿੰਗ in our English language. So a verb is a word or a group of words that expresses an action or occurrence. ਕੋਈ ਵੀ ਕੰਮ ਦਾ ਦਿਖਾਏਗਾ ਕੁਝ ਵੀ ਹੋਣ ਬਾਰੇ ਦਿਖਾਏਗਾ and forms the main part of the predicate of a sentence. Predicate ਜਿਹੜਾ ਹੈਗਾ sentence ਦੇ ਦੋ parts ਹੁੰਦੇ ਨੇ ਇੱਕ ਹੁੰਦਾ subject ਇੱਕ ਹੁੰਦਾ predicate ਸਬਜੈਕਟ ਕੰਮ ਕਰਨ ਵਾਲਾ ਉਹ ਜਿਵੇਂ ਅੱਗੇ ਹੈ ਤੇ ਉਸ ਤੋਂ ਬਾਅਦ ਜਿੰਨਾ ਉਹਦਾ ਹਿੱਸਾ ਰਹਿ ਗਿਆ ਤੇ ਉਹ ਤੁਹਾਡਾ ਕੀ ਹੋ ਜਾਂਦਾ ਵੈ ਉਹ ਤੁਹਾਡਾ ਪ੍ਰੈਡੀਕੇਟ ਬਣ ਜਾਂਦਾ ਹੈ ਜਿਵੇਂ ਹੁਣ ਆਪਣੇ ਕੋਲ ਇੱਕ ਐਗਜ਼ਾਮਪਲ ਹੈ ਹਾਂਜੀ ਆਪਣੇ ਕੋਲ ਐਗਜ਼ਾਮਪਲ ਹੈ ਕਿ ਰਾਮ ਰਾਈਟਸ ਪੋਇਮਸ ਰਾਮ ਜਿਹੜਾ ਹੈ ਉਹ ਪੋਇਮ ਲਿਖਦਾ ਹੈ ਰਾਮ ਸਬਜੈਕਟ ਹੈ ਬਾਕੀ ਦਾ ਜਿਹੜਾ ਹਿੱਸਾ ਰਹਿ ਗਿਆ ਦੈਟ ਇਜ਼ ਪ੍ਰੈਡੀਕੇਟ ਔਰ ਉਸ ਪ੍ਰੈਡੀਕੇਟ ਦੇ ਵਿੱਚ ਰਾਈਟਸ ਜਿਹੜਾ ਹੈ ਤੁਹਾਡਾ ਐਕਸ਼ਨ ਸ਼ੋ ਕਰ ਰਿਹਾ ਹੈ ਠੀਕ ਹੈ ਇਹ ਤੁਹਾਡਾ ਵਰਬ ਹੈ ਦੈਨ ਦ ਚਾਈਲਡ ਫੈਲਟ ਹੈਪੀ ਕੁਝ ਅਕਰੈਂਸ ਹੋ ਰਹੀ ਹੈ ਕੁਝ ਫੀਲਿੰਗ ਹੋ ਰਹੀ ਹੈ ਤੇ ਉਹਨੇ ਕੁਝ ਫੀਲ ਕੀਤਾ ਫੈਲਟ ਹੈਪੀ ਫੈਲਟ ਵੀ ਜਿਹੜਾ ਆ ਗਿਆ ਤੁਹਾਡਾ ਵਰਬ ਆ ਗਿਆ ਅਸ਼ੋਕਾ ਵਾਜ਼ ਅ ਗ੍ਰੇਟ ਕਿੰਗ ਕਿਸੇ ਦੀ ਐਗਜ਼ਿਸਟੈਂਸ ਸ਼ੋ ਹੋ ਰਹੀ ਹੈ ਕਿ ਉਹ ਹੁੰਦਾ ਸੀ ਜਾਂ ਹੈ ਨਾ ਤਾਂ ਇਹ ਵੀ ਜਿਹੜਾ ਤੁਹਾਡਾ ਵਰਬ ਆ ਗਿਆ ਤਾਂ ਆਪਣੇ ਕੋਲੇ ਵਰਬ ਕੀ ਹੁੰਦਾ ਇਹ ਆਪਾਂ ਨੂੰ ਹੁਣ ਕਲੀਅਰ ਹੋ ਗਿਆ ਵਰਬ ਕੀ ਹੁੰਦਾ ਬੇਟਾ ਵਰਬ ਹੁੰਦਾ ਜਿਹੜਾ ਤੁਹਾਡਾ ਕੋਈ ਵੀ ਐਕਸ਼ਨ ਜਾਂ ਅਕਰੈਂਸ ਨੂੰ ਸ਼ੋ ਕਰੇਗਾ ਉਹ ਵਰਡ ਜਿਹੜਾ ਤੁਹਾਡਾ ਵਰਬ ਕਹਿਲਾਉਂਦਾ ਹੈ ਐਂਡ ਅ ਵਰਬ ਹੈਜ਼ ਟੂ ਆਸਪੈਕਟਸ ਦੋ ਤਰ੍ਹਾਂ ਦਾ ਵਰਬ ਹੁੰਦਾ ਹੈ ਫਾਈਨਾਈਟ ਵਰਬ ਐਂਡ ਨॉन फाइनाइट वर्ब एक फाइनाइट वर्ब ਹੁੰਦਾ ਇੱਕ नॉन फाइनाइट वर्ब ਹੁੰਦਾ ਹੁਣ ਇਹ ਕੀ ਚੀਜ਼ ਆ ਗਈ verb ਆਪਾਂ ਸਮਝ ਲਿਆ ਕੀ ਹੁੰਦਾ ਹੈ ਬਟ फाइनाइट ਐਂਡ नॉन फाइनाइट ਕੀ ਹੁੰਦਾ ਹੁਣ ਆਪਾਂ ਨੂੰ ਨਹੀਂ ਪਤਾ ਹੁਣ ਆਪਾਂ ਉਸ ਬਾਰੇ ਜਾਣਾਂਗੇ फाइनाइट वर्ब ਕੀ ਹੁੰਦਾ ਹੈ नॉन फाइनाइट ਤਾਂ ਆਪਣਾ ਅੱਜ ਦਾ ਟੌਪਿਕ ਹੀ ਹੈ ਸਭ ਤੋਂ ਪਹਿਲਾਂ ਆਪਾਂ ਇਹ ਦੇਖੀਏ ਕਿ फाइनाइट वर्ब ਕੀ ਹੁੰਦਾ ਹੈ ਉਹ ਵਰਬ ਜਿਹਦੇ ਤੇ ਸੈਂਟੈਂਸ ਦੇ ਵਿੱਚ ਅਗਰ ਕੋਈ ਚੇਂਜ ਆਂਦੀ ਹੈ ਤੇ ਉਸ ਵਰਬ ਦੇ ਵਿੱਚ ਵੀ ਚੇਂਜ ਆਂਦੀ ਹੈ ਉਸਨੂੰ ਅਸੀਂ ਫਾਈਨਾਈਟ ਵਰਬ ਕਹਿੰਦੇ ਹਾਂ ਹੁਣ ਪਹਿਲਾਂ ਆਪਾਂ ਦੇਖੀਏ ਫਰਸਟ ਸੈਂਟੈਂਸ ਜਿਹੜਾ ਆਪਣੇ ਕੋਲ ਦਿੱਤਾ ਅ ਗਰਲ ਲਵਸ ਡਾਲਸ ਇੱਕ ਲੜਕੀ ਅ ਗਰਲ ਸਿੰਗੂਲਰ ਸਬਜੈਕਟ ਦੇ ਨਾਲ ਸਿੰਗੂਲਰ ਵਰਬ ਆ ਗਿਆ ਲਵਸ ਡਾਲਸ ਲਵਸ ਜਿਹੜਾ ਤੁਹਾਡਾ ਸਿੰਗੂਲਰ ਵਰਬ ਆ ਗਿਆ ਹੁਣ ਅਸੀਂ ਚੇਂਜ ਕਰਤਾ ਗਰਲ ਦੇ ਵਿੱਚ ਸਬਜੈਕਟ ਦੇ ਵਿੱਚ ਚੇਂਜ ਆਈ ਅਸੀਂ ਪਲੂਰਲ ਬਣਾਤਾ ਇੱਕ ਵਚਨ ਬਹੁਵਚਨ ਅਸੀਂ ਪਲੂਰਲ ਬਣਾਤਾ ਤਾਂ ਕੀ ਹੋ ਗਿਆ ਆਪਣਾ ਵਰਬ ਵੀ ਨਾਲ ਹੀ ਪਲੂਰਲ ਬਣ ਗਿਆ ਯਾਨੀ ਕਿ ਜਿੱਥੇ ਤੁਹਾਡੇ ਸਬਜੈਕਟ ਨੇ ਤੁਹਾਡੇ ਵਰਬ ਤੇ ਫਰਕ ਪਾਤਾ ਇਫੈਕਟ ਕਰਤਾ ਉਹਦੇ ਤੇ ਤਾਂ ਉਹ ਵਰਬ ਤੁਹਾਡਾ ਫਾਈਨਾਈਟ ਵਰਬ ਹੈ ठीक है बिल्कुल सिंपल गल है बट जब तक ध्यान लगा के नहीं समझोगे समझ नहीं आएगी सिंपल चीज़ां ने कॉन्सनट्रेट करने की जरूरत है ਹੁਣ ਨੈਕਸਟ ਸੈਂਟੈਂਸ ਦੇਖੋ ਦੇ ਇਹ ਤੁਹਾਡਾ ਸਬਜੈਕਟ ਆ ਗਿਆ ਕੋਈ ਕੰਮ ਕਰਨ ਵਾਲਾ ਹੁੰਦਾ ਹੈ ਕਰਤਾ ਜਿਹਨੂੰ ਅਸੀਂ ਕਹਿ ਦਿੰਦੇ ਆ ਉਹ ਤੁਹਾਡਾ ਸਬਜੈਕਟ ਹੁੰਦਾ ਹੈ ਦੇ ਪਲੇ ਕੀ ਆ ਗਿਆ ਵਰਬ ਆ ਗਿਆ ਕਿਹੜਾ ਵਰਬ ਆ ਗਿਆ ਫਾਈਨਾਈਟ ਕਿਉਂ ਫਾਈਨਾਈਟ ਹੈ ਇਹ ਆਪਾਂ ਦੇਖਣਾ ਹੁਣ ਦੇ ਪਲੇ ਫੁੱਟਬਾਲ ਐਵਰੀ ਡੇ
ठीक है, रोज की गल है कि वो फुटबॉल खेलते हैं। जे असी कल की गल करनी है, कली दे played फुटबॉल yesterday। ਹੁਣ ਜੇ ਇੱਕ ਚੇਂਜ ਇੱਥੇ ਆ ਗਈ, ਉੱਥੇ ਐਵਰੀਡੇ ਦੀ ਗੱਲ ਕਰ ਰਿਹਾ ਸੀ, ਇੱਥੇ ਕੱਲ ਦੀ ਗੱਲ ਕੀਤੀ ਹੈ ਸਿਰਫ ਉਹਨੇ, ਤਾਂ ਵੀ ਤੁਹਾਡੇ ਵਰਬ ਤੇ ਇਫੈਕਟ ਆ ਗਿਆ। ਤਾਂ ਸੈਂਟੈਂਸ ਦੇ ਵਿੱਚ ਕਿਸੇ ਵੀ ਚੇਂਜ ਦੇ ਨਾਲ ਜੇ ਤੁਹਾਡਾ ਵਰਬ ਤੇ ਇਫੈਕਟ ਆ ਰਿਹਾ, ਵਰਬ ਦੇ ਵਿੱਚ ਚੇਂਜਸ ਆ ਰਹੀਆਂ ਨੇ, ਤਾਂ ਉਹ ਤੁਹਾਡਾ ਫਾਈਨਾਈਟ ਵਰਬ ਹੈ। ਅਦਰਵਾਈਜ਼ ਕੀ ਹੈਗਾ ਉਹ ਆਪਣਾ ਨॉन फाइनाइट वर्ब। ਹੁਣ ਇੱਥੋਂ ਤੁਹਾਨੂੰ ਇੰਨੀ ਗੱਲ ਦਾ ਤਾਂ ਪਤਾ ਲੱਗ ਗਿਆ ਕਿ फाइनाइट वर्ब ਕੀ ਹੈ ਤੇ नॉन फाइनाइट वर्ब ਕੀ ਹੈ। ਕਲੀਅਰ ਕਰ ਲਓ। ਇੱਕ ਵਰਬ ਹੈ, ਵਰਬ ਦੋ ਤਰ੍ਹਾਂ ਦਾ ਹੈ, ਇੱਕ ਫਾਈਨਾਈਟ ਹੈ, ਇੱਕ ਨॉन फाइनाइट ਹੈ। फाइनाइट ਜਿਹਦੇ ਵਿੱਚ ਸੈਂਟੈਂਸ ਦੇ ਵਿੱਚ ਕਿਸੇ ਪਾਰਟ ਦੇ ਵਿੱਚ ਕੋਈ ਚੇਂਜ ਆਂਦਾ ਹੈ, ਤਾਂ फाइनाइट वर्ब ਤੇ ਵੀ ਚੇਂਜ ਆਂਦਾ ਹੈ, फाइनाइट वर्ब ਵੀ ਚੇਂਜ ਹੁੰਦਾ ਹੈ। नॉन फाइनाइट वर्ब ਉਹ ਕਿਹੜਾ ਵਰਬ ਹੈ ਜਿਹਦੇ ਵਿੱਚ ਸੈਂਟੈਂਸ ਦੇ ਵਿੱਚ ਕੋਈ ਚੇਂਜ ਆਈ ਚੱਲੇ, ਤੁਹਾਡੇ ਵਰਬ ਦੇ ਵਿੱਚ ਚੇਂਜ ਨਹੀਂ ਆਣੀ। ਕਿਵੇਂ ਨਹੀਂ ਆਣੀ ਉਹ ਆਪਾਂ ਦੇਖਦੇ ਹਾਂ। ਹੁਣ ਇਹ ਦੇਖੋ, ਦ ਪਲੇਅਰ ਤੁਹਾਡਾ ਸਬਜੈਕਟ ਆ ਗਿਆ, ਵਾਂਟਸ ਇਹ ਤੁਹਾਡਾ ਵਰਬ ਆ ਗਿਆ, ਠੀਕ ਹੈ। ਟੂ ਵਿਨ ਦਾ ਮੈਚ, ਹੁਣ ਦੋ ਵਰਬ ਨੇ ਇੱਥੇ ਤੁਹਾਡੇ ਕੋਲ, ਇੱਕ ਵਾਂਟਸ ਹੈ, ਇੱਕ ਟੂ ਵਿਨ ਹੈਗਾ ਇੱਥੇ, ਠੀਕ ਹੈ। ਤਾਂ ਆਪਾਂ ਜਦੋਂ ਉਹਦੇ ਵਿੱਚ ਕੋਈ ਚੇਂਜ ਕਰ ਲਈ ਇਸ ਸੈਂਟੈਂਸ ਦੇ ਵਿੱਚ, ਕੀ ਚੇਂਜ ਕਰਤੀ, ਦ ਪਲੇਅਰ, ਇੱਕ ਪਲੇਅਰ ਦੀ ਬਜਾਏ ਖਾਸ ਪਲੇਅਰ ਦੀ ਬਜਾਏ ਅਸੀਂ ਆ ਲੈ ਲਿਆ ਆਲ ਦਾ ਪਲੇਅਰਸ, ਜਿਹੜੇ ਸਾਰੇ ਉੱਥੇ ਪਲੇਅਰਸ, ਆਲ ਦਾ ਪਲੇਅਰਸ ਪਲੂਰਲ ਹੋ ਗਿਆ। ਤਾਂ ਵਾਂਟਸ ਜਿਹੜਾ ਸਿੰਗੂਲਰ ਵਰਬ ਸੀਗਾ, ਵਾਂਟ ਬਣ ਗਿਆ ਪਲੂਰਲ ਵਰਬ ਬਣ ਗਿਆ। ਪਲੂਰਲ ਸਬਜੈਕਟ ਬਣਨ ਦੇ ਨਾਲ ਹੀ, ਬਹੁਵਚਨ ਇੱਥੇ ਹੋਣ ਦੇ ਨਾਲ ਹੀ ਤੁਹਾਡਾ ਜਿਹੜਾ ਵਰਬ ਹੈ ਉਹ ਵੀ ਚੇਂਜ ਹੋ ਗਿਆ। ਬਟ ਅੱਗੇ ਦੇਖੋ, ਟੂ ਵਿਨ ਇਹ ਨਹੀਂ ਚੇਂਜ ਹੋਇਆ, ਹੈ ਤਾਂ ਇਹ ਵੀ ਵਰਬ। ਤਾਂ ਉਹ ਵਰਬ ਜਿਹਦੇ ਤੇ ਕੋਈ ਇਫੈਕਟ ਨਹੀਂ ਆ ਰਿਹਾ, that is non finite verb, ਉਹ non finite verb ਹੈ। all the players want to win the match, we want to help them, we wanted to help them, wanted finite verb, to help ਜਿਹੜਾ help ਆ ਗਿਆ ਉਹ नॉन फाइनाइट वर्ब। ਇੱਥੋਂ ਤੱਕ ਆਪਣਾ ਕਨਸੈਪਟ ਕਲੀਅਰ ਕਰ ਲਓ। ਵਰਬ ਜਿਹੜਾ ਹੈਗਾ ਉਹ ਤੁਹਾਡਾ ਐਕਸ਼ਨ ਵਰਡ ਹੁੰਦਾ ਹੈ, ਕੋਈ ਵੀ ਅਕਰੈਂਸ ਹੋ ਰਹੀ ਉਹਨੂੰ ਸ਼ੋ ਕਰਨ ਵਾਲਾ ਵਰਡ ਹੈਗਾ। ਵਰਬ ਦੋ ਤਰ੍ਹਾਂ ਦਾ ਹੁੰਦਾ, ਫਾਈਨਾਈਟ ਵਰਬ, ਨॉन फाइनाइट वर्ब। फाइनाइट वर्ब ਜਿਹਦੇ ਵਿੱਚ ਸੈਂਟੈਂਸ ਦੇ ਵਿੱਚ ਚੇਂਜ ਆਉਣ ਨਾਲ ਵਰਬ ਦੇ ਵਿੱਚ ਵੀ ਚੇਂਜ ਆਉਂਦੀ ਹੈ। नॉन फाइनाइट वर्ब ਜਿਹੜਾ ਸੈਂਟੈਂਸ ਦੇ ਵਿੱਚ ਕੋਈ ਚੇਂਜ ਆਈ ਚੱਲੇ, ਉਹਦੇ ਵਿੱਚ ਬਿਲਕੁਲ ਚੇਂਜ ਨਹੀਂ ਆਣੀ। ਅੱਗੋਂ ਨॉन फाइनाइट ਜਿਹੜੇ ਆਪਾਂ ਅੱਜ ਪੜ੍ਹਨੇ ਆ, ਉਹ नॉन फाइनाइट ਜਿਹੜੇ ਤੁਹਾਡੇ ਕੋਲ ਤਿੰਨ ਤਰ੍ਹਾਂ ਦੇ ਨੇ। ਕਿਹੜੇ ਤਿੰਨ ਤਰ੍ਹਾਂ ਦੇ ਨੇ? ਇਨਫਿਨਿਟਿਵਸ, ਜੀਰੰਡਸ, ਪਾਰਟਿਸਿਪਲਸ। ठीक है, ये तीन टाइप्स दिमाग च एक बारी बिठाओ कि नॉन फाइनाइट्स अपने कोले तीन तरह दे हुंदे ने, इनफिनिटिव्स, जीरंड्स, पार्टिसिपल्स। ठीक है, हुण ये हुंदे की ने, हुण आपां इस चीज ते चलना है। सब तो पहला आपां देखना है इनफिनिटिव की हुंदे ने। इनफिनिटिव ਉਹ ਵਰਬ ਹੈ ਜਿਹਦੇ ਵਿੱਚ ਬੇਸ ਫਾਰਮ ਮਤਲਬ ਵਰਬ ਦੀ ਫਰਸਟ ਫਾਰਮ ਹੀ ਯੂਜ਼ ਹੁੰਦੀ ਹੈ, ਠੀਕ ਹੈ। which is not governed by any subject or tense। govern ਦਾ ਮਤਲਬ ਕਿ ਉਹਦੇ ਤੇ ਕੋਈ ਚੇਂਜ ਨਹੀਂ ਆਣੀ, ਸਬਜੈਕਟ ਦੇ ਵਿੱਚ ਕੋਈ ਚੇਂਜ ਆਈ ਚੱਲੇ, ਟੈਂਸ ਦੇ ਵਿੱਚ ਕੋਈ ਚੇਂਜ ਆਈ ਜਾਵੇ, ਇਨਫਿਨਿਟਿਵ ਦੇ ਵਿੱਚ ਕੋਈ ਚੇਂਜ ਨਹੀਂ ਆਣੀ। ਔਰ ਇਹ ਕਿਵੇਂ ਵਰਕ ਕਰਦਾ ਹੈ ਦੇਖੋ, ਇਹ ਜਿਹੜੇ ਆਪਾਂ ਨॉन फाइनाइट्स ਲੈਣੇ ਨੇ ਨਾ, ਇਹ ਕਿਸ ਤਰ੍ਹਾਂ ਵਰਕ ਕਰਨਾ ਹੈ। ਉਹ ਵਰਬ ਹੁੰਦੇ ਹੋਏ ਵੀ ਜਾਂ ਤਾਂ ਉਹਨੇ ਨਾउन ਦੀ ਤਰ੍ਹਾਂ ਕੰਮ ਕਰਨਾ ਹੈ, ਜਾਂ ਉਹਨੇ ਐਡਜੈਕਟਿਵ ਜਾਂ ਐਡਵਰਬ ਦੀ ਤਰ੍ਹਾਂ। ਜੇ ਤੁਹਾਡੀ ਇਸ ਕਨਸੈਪਟ ਦੇ ਵਿੱਚ ਕਲੈਰਿਟੀ ਨਹੀਂ ਹੈ ਤਾਂ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਦਿੰਨੀ ਹਾਂ ਕਿ ਨਾउन ਕਿਸੇ ਚੀਜ਼ ਦਾ ਨਾਮ, ਠੀਕ ਹੈ, ਉਹ ਨਾउन ਹੁੰਦਾ ਹੈ। ਐਡਜੈਕਟਿਵ ਜਿਹੜਾ ਕਿ ਨਾउन ਦੀ ਕੋਈ ਵਿਸ਼ੇਸ਼ਤਾ ਦੱਸਦਾ, ਨਾउन ਦੀ ਕੋਈ ਕੁਆਲਿਟੀ ਐਡ ਕਰਦਾ, ਉਹ ਐਡਜੈਕਟਿਵ ਹੁੰਦਾ ਹੈ। ਜਿਹੜਾ ਕੋਈ ਵਰਬ ਦੇ ਵਿੱਚ ਚੇਂਜ ਕਰੇ, ਵਰਬ ਦੇ ਵਿੱਚ ਐਡੀਸ਼ਨਸ ਕਰਦਾ, ਉਹਦੀ ਕੋਈ ਕੁਆਲਿਟੀ ਦੱਸੇ, ਤਾਂ ਉਹਨੂੰ ਐਡਵਰਬ ਕਹਿੰਦੇ ਹੈ। ਵਰਬ ਦੇ ਅੱਗੇ ਏਡੀ ਲੱਗ ਕੇ ਐਡਵਰਬ ਬਣਦਾ, ਇਟ ਮੀਨਸ ਉਹ ਵਰਬ ਦੇ ਵਿੱਚ ਕੁਝ ਐਡ ਕਰ ਰਿਹਾ ਹੈ। ਔਰ ਐਡਜੈਕਟਿਵ ਜਿਹੜਾ ਨਾउन ਦੇ ਵਿੱਚ ਕੁਝ ਐਡ ਕਰਦਾ ਹੈ, ਠੀਕ ਹੈ। ਤਾਂ ਇਹ ਵਰਬ ਹੁੰਦੇ ਹੋਏ ਵੀ ਜਿਹੜੇ ਵਰਬ ਦੇ ਵਰਡਸ ਨੇ ਉਹ ਕਿਹਦੀ ਤਰ੍ਹਾਂ ਐਕਟ ਕਰਨ, ਨਾउन ਦੀ ਤਰ੍ਹਾਂ, ਐਡਜੈਕਟਿਵ ਦੀ ਤਰ੍ਹਾਂ ਜਾਂ ਐਡਵਰਬ ਦੀ ਤਰ੍ਹਾਂ, ਤੇ ਹੋਵੇ ਵਰਬ ਦੀ ਸਿਰਫ ਫਸਟ ਫਾਰਮ। ਦੋ ਚੀਜ਼ਾਂ ਦੇਖੋ ਤੁਸੀਂ ਧਿਆਨ ਚ ਰੱਖਣੀ ਹੈ, ਇੱਕ ਤਾਂ ਬੇਸ ਫਾਰਮ ਆਫ ਵਰਬ ਲੈਣੀ ਹੈ,
पहली चीज। दूजी, ਉਹਨੇ किहदी तरह एक्ट करना है? नाउन की तरह, एडजेक्टिव की तरह या एडवर्ब की तरह। ठीक है, दो तरह के अगों होंदे अपने कोले, टू इनफिनिटिव्स ते बेयर इनफिनिटिव्स। हुण कंफ्यूज नहीं होना भी अगे अगे कादियां टाइप्स बन रही ने। मैं तुहानूं एक बारी दोबारा दस दिंनी है सारा कुछ। देखो, अपने कोले सब तो पहला आपां पढ़िया वर्ब की हुंदा है, फिर आपां पढ़े वर्ब दीयां दो टाइप्स, एक फाइनाइट, एक आपां पढ़ ली नॉन फाइनाइट। इत्थों तक कंसैप्ट क्लीयर हो गया। हुण आपां अगे पढ़ रहे हैं नॉन फाइनाइट्स दीयां तीन टाइप्स, जिहदे विच आपां की स्टार्ट करता होया, आपां स्टार्ट करते होए ओहदी पहली टाइप जिहड़ी कि इनफिनिटिव है। ठीक है, आप इनफिनिटिव की टाइप स्टार्ट की, और इनफिनिटिव के कुछ नहीं, सिर्फ एक चीज लैके चल रहे कि वर्ब की फर्स्ट फॉर्म लगनी है, बट उन्हां दे विच किते टू लगदा है अगे तां उन्हां नूं टू इनफिनिटिव कह दिंदे हैं। जिथे अगे टू नहीं लगदा, वर्ब की कल्ली फर्स्ट फॉर्म ही यूज हो रही है एज नॉन फाइनाइट, एज इनफिनिटिव, उन्होंने असीं बेयर इनफिनिटिव कहने। बेयर का मतलब इत्थे हो गया कि बिना टू तो। ठीक है, ਆਪਾਂ ਇਹਨੂੰ एग्जांपल्स ਦੇ ਨਾਲ क्लीयर करते हैं। ਹੁਣ देखो, ਹੁਣ आ अपने को आ गए इनफिनिटिव्स ਦੀਆਂ एग्जांपल्स। एक पासे मैं ले लिया ਤੁਹਾਡੇ ਕੋਲੇ टू इनफिनिटिव, एक पासे मैं ले लिया ਤੁਹਾਡੇ ਕੋਲੇ बेयर इनफिनिटिव। ठीक है, ਹੁਣ ਜਿਵੇਂ टू एर इज ह्यूमन, ਇੱਥੇ ਜਿਹੜਾ ਇਹ ਨਾउन ਦੀ ਤਰ੍ਹਾਂ ਕੰਮ ਕਰ ਰਿਹਾ, ਇਨਸਾਨ ਗਲਤੀਆਂ ਦਾ ਪੁਤਲਾ ਹੈ। ठीक है, इंसान ही गलतियां करता है। वी होप टू स्टार्ट टुमोरो, ਅਸੀਂ ਕੱਲ ਸ਼ੁਰੂ ਕਰਾਂਗੇ ਕੰਮ ਜਾਂ ਚੱਲਾਂਗੇ, whatsoever है ना, टू स्टार्ट टू ਦੇ ਨਾਲ ਆ ਰਿਹਾ ਇੱਥੇ। I know how to sing, to sing। ਹੁਣ ਦੇਖੋ, ਇੱਕ ਤਾਂ ਚੀਜ਼ ਆਪਾਂ ਆਪਣੀ ਪਹਿਲੀ ਕਲੀਅਰ ਕਰ ਲਈ ਵੀ ਟੂ ਤੋਂ ਬਾਅਦ ਹੋਰ ਕੁਝ ਨਹੀਂ ਲੱਗਦਾ ਹੁੰਦਾ, ਫਰਸਟ ਫਾਰਮ ਲੱਗਦੀ ਹੁੰਦੀ, ਤਾਂ ਆਪਣੇ ਕੋਲੇ ਟੂ ਇਨਫਿਨਿਟਿਵ ਆ ਗਏ। ਫਿਰ ਆਪਣੇ ਕੋਲ ਇਹ जिस तरह इत्थे भी टू स्टार्ट, हुण वी होप टू स्टार्ट, वी होप्ड टू स्टार्ट। ठीक है, कुछ भी इत्थे चेंज आई जाएगी ने, टू स्टार्ट ही रहना चाहिए। टू इनफिनिटिव है, वर्ब की फर्स्ट फॉर्म दे अगे टू, यस, वर्ब की फर्स्ट फॉर्म दे अगे टू लग्या होया ते अपने कोल टू इनफिनिटिव आ गया। सेम हियर मैं हाईलाइट कीते हुए ने इनफिनिटिव्स इत्थे तुहाडे कोले। आई नो हाउ टू सिंग, गिव मी अ बुक टू रीड, वी प्ले टू विन, ही केम टू मीट मी, आई कैन राइट वेल। ਹੁਣ ਦੇਖੋ ਇੱਥੇ ਕੋਈ ਟੂ ਨਹੀਂ ਲੱਗਿਆ, ਬਟ ਕੈਨ ਹੋ ਜੇ, ਕੁਡ ਹੋ ਜੇ, ਮੇ ਹੋ ਜੇ, ਮਾਈਟ ਹੋ ਜੇ, ਵਟਸੋਐਵਰ ਇਜ਼ देयर, ਰਾਈਟ ਨੇ ਰਾਈਟ ਰਹਿਣਾ। तो दिस इज कॉल्ड देयर इनफिनिटिव्स। ਧਿਆਨ ਨਾਲ ਸਮਝ ਲਓ, ਥੋੜੀ ਜਿਹੀ ਕੰਸੈਂਟ੍ਰੇਸ਼ਨ ਦੀ ਲੋੜ ਹੈ। ਮੇਕ ਹਿਮ ਰਿਅਲਾਈਜ਼ ਹਿਜ਼ ਮਿਸਟੇਕ, ਯੂ ਨੀਡ ਨਾਟ ਅਬਿਊਜ਼ ਹਿਮ। ਇਹ ਜਿਹੜੇ ਵਰਡ ਮੈਂ ਤੁਹਾਡੇ ਹਾਈਲਾਈਟ ਕੀਤੇ ਆ, these are देयर ਇਨਫਿਨਿਟਿਵਸ, ਔਰ ਇਹਨਾਂ ਦੇ ਸੈਂਟੈਂਸ ਦੇ ਵਿੱਚ ਕਿਸੇ ਵੀ ਚੇਂਜ ਨਾਲ ਕੋਈ ਚੇਂਜ नहीं आना। इनफिनिटिव्स हो गए। नॉन फाइनाइट का पहला हिस्सा, पहला पार्ट, पहली टाइप इनफिनिटिव्स हो गए ਤੁਹਾਡੇ। ਸੈਕੰਡ ਟਾਈਪ ਜਿਹੜੀ ਤੁਹਾਡੀ ਆ ਗਈ ਜੀਰੰਡ। ਹੁਣ ਜੀਰੰਡ ਦੇ ਵਿੱਚ ਕੀ ਡਿਫਰੈਂਟ ਹੈ? ਜੀਰੰਡ ਦੇ ਵਿੱਚ ਕੀ ਡਿਫਰੈਂਟ ਹੈਗਾ ਕਿ ਹਾਂ ਨਹੀਂ, ਇਹਦੇ ਵਿੱਚ ਵੀ ਵਰਬ ਦੀ ਫਰਸਟ ਫਾਰਮ ਹੈ, ਬਟ ਵਰਬ ਦੀ ਫਰਸਟ ਫਾਰਮ ਦੇ ਨਾਲ ਆਈਐਨਜੀ ਲੱਗਿਆ ਹੁੰਦਾ ਹੈ, ਔਰ ਇਹ ਨਾउन ਜਾਂ ਵਰਬ ਦੀ ਤਰ੍ਹਾਂ ਐਕਟ ਕਰਦਾ ਹੈ। ਇਨਫਿਨਿਟਿਵ ਆਪਣੇ ਕੋਲ ਕਿਵੇਂ ਕੰਮ ਕਰ ਰਹੇ ਸੀਗੇ, देखो एक द्वारा दिखानी है मैं। इनफिनिटिव अपने कोले नाउन, एडजेक्टिव या एडवर्ब की तरह काम कर रहे सीगे। नेक्स्ट जेड़ा पार्ट अपने को आ गया जीरंड, जीरंड अपने कोले नाउन या वर्ब की तरह एक्ट कर रहा है, ਤਾਂ ਇਹਨਾਂ ਨੂੰ ਆਪਾਂ ਵਰਬਲ ਨਾउन ਕਹਿੰਦੇ ਆ। ਵਰਬ ਹੋ ਕੇ ਨਾउन ਦਾ ਜਿਹੜਾ ਕੰਮ ਕਰਦੇ ਨੇ ਉਹਨਾਂ ਨੂੰ ਜੀਰੰਡ ਕਿਹਾ ਜਾਂਦਾ ਜਾਂ ਵਰਬਲ ਨਾउन ਕਿਹਾ ਜਾਂਦਾ। ਹੁਣ ਇਹ ਕੰਮ ਕਿਵੇਂ ਕਰ ਰਹੇ ਨੇ ਵਰਬ ਹੋ ਕੇ? पहली गल, वर्ब की फर्स्ट फॉर्म आईएनजी, ਇਹਦੀ ਨਿਸ਼ਾਨੀ ਰੱਖਣੀ ਹੈ ਜੀਰੰਡ ਦੀ, ਹਮੇਸ਼ਾ एएनजी लगना है। ਹੁਣ पेंटिंग इज माई हॉबी, ਜੇ ਮੈਂ ਕਹਾਂ ਕਿ आई एम पेंटिंग समथिंग, ठीक है, ਉੱਥੇ ਤਾਂ ਉਹ ਕੰਮ ਕਰ ਰਿਹਾ ਹੁੰਦਾ ਵੈ फाइनाइट वर्ब ਦਾ। कंफ्यूज नहीं होना मेरी गल दे नाल। आई एम पेंटिंग समथिंग, ਉੱਥੇ ਮੈਂ ਉਹਨੂੰ ਵਰਬ ਦੀ ਤਰ੍ਹਾਂ ਯੂਜ਼ ਕਰ ਰਹੀ ਹਾਂ। ਇੱਥੇ ਮੈਂ ਕੀ ਕਹਿ ਰਹੀ ਹਾਂ ਕਿ ਪੇਂਟਿੰਗ ਇਜ਼ ਮਾਈ ਹੌਬੀ, ਪੇਂਟ ਦੇ ਨਾਲ ਆਈਐਨਜੀ ਲੱਗਾ ਹੋਇਆ। ਇੱਥੇ ਪੇਂਟਿੰਗ ਕਰਨਾ ਤੁਹਾਨੂੰ ਵੀ ਪਤਾ ਹੈ ਨਾ, ਪੇਂਟ ਕਰਨਾ ਜਿਹਨੂੰ ਕਹਿੰਦੇ ਆਪਾਂ, ਉਹ ਕਿਸੇ ਚੀਜ਼ ਦਾ ਨਾਮ ਆ ਗਿਆ। ਇਹ ਵਰਬ ਜਿਹੜਾ ਹੈ ਨਾउन ਦੀ ਤਰ੍ਹਾਂ ਐਕਟ ਕਰ ਰਿਹਾ, ਤਾਂ ਇੱਥੇ ਇਹਨੂੰ ਜੀਰੰਡ ਕਹਿੰਦੇ ਹੈ। ਦੈਨ ਸਮੋਕਿੰਗ ਇਜ਼ ਇੰਜੂਰੀਅਸ ਟੂ ਹੈਲਥ, ਸਮੋਕ ਕਰਨਾ ਐਜ਼ ਸੱਚ ਨਾउन ਜਿਹੜੀ ਵਰਬ ਦੀ ਫਰਸਟ ਫਾਰਮ ਹੈ। ਠੀਕ ਹੈ, सिगरेट स्मोक करना। ਹੁਣ ਇੱਥੇ ਸਮੋਕ ਦੇ ਨਾਲ ਆਈਐਨਜੀ ਲਗਾਤਾ, ਈ ਕੱਟ ਕੇ ਆਈਐਨਜੀ ਲਗਾਤਾ, ਇੱਥੇ ਬਣ ਗਿਆ ਵਰਬਲ ਨਾउन ਜਾਂ ਜਿਹਨੂੰ ਅਸੀਂ ਜੀਰੰਡ ਕਹਿ ਰਹੇ ਹਾਂ। ਹੀ ਮੇਡ ਸਿੰਗਿੰਗ ਹਿਜ਼ ਪ੍ਰੋਫੈਸ਼ਨ, ਸਿੰਗਿੰਗ ਇੱਥੇ ਇੱਕ ਪ੍ਰੋਫੈਸ਼ਨ ਦਾ ਨਾਮ ਹੈ, ਨਾउन ਹੈ।
So this is your non-finite verb. Some people are fond of talking ਇੱਥੇ ਕੋਈ ਇੱਕ ਜਿਹੜਾ ਹੈਗਾ noun ਹੈ, ਕਿਸੇ ਚੀਜ਼ ਦਾ ਨਾਮ ਹੈ, ਗੱਲਾਂ ਕਰਨੀਆਂ, ਠੀਕ ਹੈ। ਤਾਂ in these above sentences, painting, smoking, singing and talking are gerunds. ਠੀਕ, ਇੱਥੋਂ ਤੱਕ ਤੁਹਾਨੂੰ ਜਿਹੜੀਆਂ ਚੀਜ਼ਾਂ ਨੇ ਉਹ ਬਿਲਕੁਲ ਕਲੀਅਰ ਹੋ ਜਾਣੀਆਂ ਚਾਹੀਦੀਆਂ। ਹੁਣ ਦੇਖੋ gerund ਤੇ infinitive ਬਾਰੇ ਥੋੜਾ ਜਿਹਾ ਹੋਰ ਤੁਹਾਨੂੰ ਦੱਸਿਆ ਗਿਆ ਹੈ ਕਿ both the gerund and infinitive can be used as subject and object of the verb. Subject की तरह भी वरत सकते हैं तो object की तरह भी वरत सकते हैं। Only gerund and not infinitive can be used after a possessive and a preposition. ਹੁਣ ਦੇਖੋ ਕੀ ਹੈ ਇੱਥੇ, she hates my coming late at night. Coming देखो ਇੱਥੇ coming ਜਿਹੜਾ non finite ਹੈ, hates finite ਹੈ, coming non finite ਹੈ। she hates my coming late at night. coming ਜਿਹੜਾ ਤੁਹਾਡਾ ਕਿਸੇ ਚੀਜ਼ ਦਾ ਨਾਮ ਹੋ ਗਿਆ, ਆਣਾ, ਹਨਾ, ਤਾਂ ਇਹ gerund ਹੈ। ਇਹ sentence ਠੀਕ ਹੈ, but ਜੇ ਮੈਂ ਇੱਥੇ ਲਗਾ ਦਿਆਂ ਕਿ she hates my to come, ਜਿਵੇਂ ਨੇ ਇੱਥੇ ਕਿਹਾ possessive ਤੋਂ ਬਾਅਦ my possessive ਹੁੰਦਾ ਨਾ, my ਤੋਂ ਬਾਅਦ to come ਨਹੀਂ ਆਣਾ, infinitive ਨਹੀਂ ਆਣਾ, so this sentence is incorrect. Here I am good at painting. ਹੁਣੇ ਤੁਹਾਨੂੰ ਦੱਸ ਕੇ ਵੀ ਜਿਹੜੀ ਪੇਂਟਿੰਗ ਹੈ ਉਹ ਕਿਸੇ ਕੰਮ ਦਾ ਨਾਮ ਹੈ, ਨਾਉਨ ਹੈ, gerund ਹੈ, ਠੀਕ ਹੈ, ਵਰਬਲ ਨਾਉਨ ਆ ਗਿਆ ਆਪਣੇ ਕੋਲੇ, ਤਾਂ ਇਹ ਕਰੈਕਟ ਹੈ। ਜੇ to paint ਲਾਵਾਂਗੇ infinitive ਇੰਜ ਯੂਜ਼ ਨਹੀਂ ਹੁੰਦਾ, ਬਸ ਸਿੱਧਾ ਕਹਿਣ ਦਾ ਮਤਲਬ ਹੈ ਕਿ infinitive ਇਸ ਤਰ੍ਹਾਂ ਯੂਜ਼ ਨਹੀਂ ਹੁੰਦਾ, gerund ਇਸ ਤਰ੍ਹਾਂ ਯੂਜ਼ ਹੁੰਦਾ ਹੈ। ਔਰ ਥਰਡ ਜਿਹੜੀ ਚੀਜ਼ ਆਪਾਂ ਇਹਨਾਂ ਬਾਰੇ ਗੱਲ ਕਰਨੀ ਹੈ ਕਿ both can be used in the same pattern but with a different shade of meaning. ਹੁਣ ਦੇਖੋ singing ਜਿਹੜਾ ਹੈਗਾ non finite gerund ਆ ਗਿਆ, she loves singing, general statement ਹੈ, ਤਾਂ ਜਿਹੜੀ ਤੁਹਾਡੀ gerund ਦੇ ਨਾਲ ਇੱਕ general statement ਆ ਜਾਂਦੀ ਹੈ। she loves to sing, to sing ਕੀ ਆ ਗਿਆ, infinitive ਆ ਗਿਆ, with me ਤੇ more definite ਹੈ, so this is your use of infinitive but with a different shade, ਉਹਨੂੰ ਹੋਰ define ਕਰਤਾ ਗੱਲ ਨੂੰ। you must remember writing to her a year back, ਉਹਨੇ ਪੁਰਾਣੀ ਗੱਲ ਕਰ ਰਿਹਾ ਹੈ ਜਿਹਦੇ ਵਿੱਚ ਤੁਹਾਡਾ gerund ਲੱਗਿਆ, ਜੇ ਤੇ you must remember to write ਲਗਾ ਦਿੰਦੇ ਹੋ, infinitive ਲਗਾ ਦਿੰਦੇ ਹੋ, ਤੇ future ਬਾਰੇ ਗੱਲ ਹੋ ਜੂਗੀ ਕਿ ਤੂੰ ਯਾਦ ਨਾਲ ਉਹਨੂੰ letter ਲਿਖਦੀ, ਠੀਕ ਹੈ। so this is the thing. ਹੁਣ ਆਪਣੇ ਕੋਲ ਰਹਿ ਗਈ ਤੀਸਰੀ ਚੀਜ਼, ਤੀਸਰੀ type। ਹੁਣ ਤੱਕ ਤੁਸੀਂ ਕੀ ਕੀਤਾ, ਇੱਕ ਵਾਰ ਫੇਰ ਤੁਹਾਨੂੰ ਨਾਲ ਦੀ ਨਾਲ clear ਕਰ ਦਿੰਨੀ ਹੈ ਮੈਂ ਕਿ verb ਪੜ੍ਹੇ ਸੀ, verb ਤੁਸੀਂ finite non finite ਪੜ੍ਹੇ ਸੀ, ਉਸ ਤੋਂ ਬਾਅਦ ਜਦੋਂ ਅਸੀਂ finite verb ਬਾਰੇ ਜਾਣ ਲਿਆ, ਫਿਰ ਅਸੀਂ non finite ਬਾਰੇ ਜਾਣਿਆ, ਤਾਂ non finite ਬਾਰੇ ਜਾਣ ਦੀ ਸਾਨੂੰ ਪਤਾ ਲੱਗ ਗਿਆ ਕਿ ਉਹ infinitive, gerund ਔਰ participle ਤਿੰਨ ਤਰ੍ਹਾਂ ਦੇ ਹੁੰਦੇ ਹੈ। ਤਾਂ ਅਸੀਂ infinitive ਪੜ੍ਹ ਚੁੱਕੇ ਹਾਂ, ਅਸੀਂ gerund ਪੜ੍ਹ ਚੁੱਕੇ ਹਾਂ, ਹੁਣ ਅਸੀਂ ਦੇਖਦੇ ਹਾਂ ਕਿ participles ਕੀ ਚੀਜ਼ ਹੁੰਦੇ ਨੇ। ਤਾਂ ਆਪਣੇ ਕੋਲੇ ਹੁਣ ਆ ਗਿਆ participle। participle ਕੀ ਹੁੰਦਾ ਹੈ? A participle is a form of verb। ਹੁਣ ਪਤਾ ਆਪਾਂ ਨੂੰ ਹੈ ਕਿ ਆਪਾਂ verb ਦੀ ਹੀ ਗੱਲ ਕਰ ਰਹੇ ਹਾਂ, ਠੀਕ ਹੈ, form of verb ਹੈਗੀ ਹੈ that is used in a sentence to modify a noun। noun, noun phrase, verb ਜਾਂ verb phrase। noun ਜਾਂ verb ਨੂੰ ਉਹਨੇ modify ਕਰਨਾ ਤਾਂ ਉਹਨੂੰ ਅਸੀਂ participle ਕਹਿ ਦਿੰਦੇ ਹਾਂ। ਇਹਨਾਂ ਨੂੰ ਹੁਣ ਕੀ ਕਹਿੰਦੇ ਨੇ, ਹੁੰਦੇ verb ਨੇ, ਕੰਮ ਕਿਵੇਂ ਕਰਦੇ ਨੇ, adjective ਦੀ ਤਰ੍ਹਾਂ ਉਹਨਾਂ 'ਚ ਕੁਝ addition ਕਰ ਰਹੇ ਨੇ, ਕਿਵੇਂ? एग्जाम्पल देखो तो क्लियर होएगा। barking dogs seldom bite। barking dogs ਭੌਂਕਣ ਵਾਲੇ ਕੁੱਤੇ, ਤਾਂ dogs ਜਿਹੜਾ ਉਹ noun ਹੈ, ਉਹਦੇ ਵਿੱਚ ਇੱਕ modification ਕਰ ਰਿਹਾ ਹੈ barking, ਠੀਕ ਹੈ, ਤਾਂ ਉਹਦਾ adjective ਬਣ ਗਿਆ, ਤਾਂ these are verbal adjective। coming events, events ਵੀ noun ਨੇ, ਆਉਣ ਵਾਲੀਆਂ events, ਤਾਂ ਉਹਦੇ ਵਿੱਚ events ਦੇ ਵਿੱਚ ਕੁਝ ਤੁਹਾਨੂੰ specify ਕਰਤਾ, ਕੋਈ ਉਹਦੀ quality ਦੱਸਦੀ, आपने को लिए participle है। Let the sleeping tiger sleep। The day was very tiring। It being a sunny day, they preferred to stay inside। ਹੁਣ ਇਹਨਾਂ ਦੇ ਵਿੱਚ ਆਪਾਂ participle use ਕਰ ਰਹੇ ਹਾਂ। participle ਤਿੰਨ ਤਰ੍ਹਾਂ ਦੇ ਹੁੰਦੇ ਆ, present participle, past participle ਤੇ perfect participle। ਹੁਣ ਇਹਨਾਂ ਦੇ ਵਿੱਚ ਕੀ ਫਰਕ ਹੁੰਦਾ? present participle ਦਾ ਤੁਹਾਨੂੰ ਬਿਲਕੁਲ ਜਿਸ ਤਰ੍ਹਾਂ gerund ਹੁੰਦਾ ਨਾ, ਉਹੀ ਫਾਰਮ ਆ ਜਾਂਦੀ ਹੈ verb ਦੀ first form ਤੇ ing, ਉਹਨੂੰ ਅਸੀਂ ਬਸ ਉਹਦਾ usage ਅਲੱਗ ਹੋ ਗਈ, ਠੀਕ ਹੈ ਦੇਖਣ ਦੇ ਵਿੱਚ ਫਾਰਮ ਉਹੀ ਹੁੰਦੀ ਹੈ। ਹੁਣ ਸਾਨੂੰ ਕਿਵੇਂ ਕਲੀਅਰ ਹੋਏਗਾ, ਦੇਖੋ they were swimming in running water।
ਰਨਿੰਗ ਜਿਹੜਾ ਤੁਹਾਡਾ ਆ ਗਿਆ ਨॉन फाइनाइट ਦੇ ਵਿੱਚ ਅੱਗੋਂ ਇਹ ਆ ਗਿਆ ਪਾਰਟਿਸਿਪਲ। ਠੀਕ ਹੈ, ਹਾਈਲਾਈਟ ਤੁਹਾਨੂੰ ਕਰਕੇ ਦਿੱਤਾ ਹੈ। ਵਾਟਰ ਜਿਹੜਾ ਨਾउन ਹੁੰਦਾ, ਨਾउन ਦੀ ਇੱਕ ਕੁਆਲਿਟੀ ਐਡ ਕਰ ਰਿਹਾ, ਰਨਿੰਗ ਵਗਦਾ ਪਾਣੀ, ਤਾਂ ਇਹ ਤੁਹਾਡਾ ਜਿਹੜਾ ਪਾਰਟਿਸਿਪਲ ਹੋ ਗਿਆ। ਦੈਨ ਹੀ ਪਿਕਡ ਅਪ ਦਾ, ਇਹ ਕਿਹੜਾ ਪਾਰਟਿਸਿਪਲ ਹੋ ਗਿਆ ਤੁਹਾਡਾ, ਦੇਖੋ ਕਿਹੜਾ ਹੋ ਗਿਆ, ਪ੍ਰੈਜ਼ੈਂਟ ਪਾਰਟਿਸਿਪਲ। ਨੈਕਸਟ ਆਪਾਂ ਪੜਨ ਜਾ ਰਹੇ ਹਾਂ ਪਾਸਟ ਪਾਰਟਿਸਿਪਲ। ਪਾਸਟ ਮਤਲਬ ਜਿਹਦੇ ਵਿੱਚ ਵਰਬ ਦੀ ਥਰਡ ਫਾਰਮ ਯੂਜ਼ ਹੋ ਰਹੀ ਹੈ। he picked up the broken plates, plates ਦੇ ਵਿੱਚ plates ਜਿਹੜੇ ਨਾउन ਨੇ, ਨਾउन ਦੀ ਕੁਆਲਿਟੀ ਦੱਸੀ broken, ਟੁੱਟੀਆਂ ਹੋਈਆਂ, ਇਹ ਬਟ ਉਹਦੇ ਵਿੱਚ ਕੀ ਯੂਜ਼ ਹੋਇਆ, ਵਰਬ ਦੀ ਥਰਡ ਫਾਰਮ, ਤਾਂ ਇਹ ਪਾਸਟ ਪਾਰਟਿਸਿਪਲ ਹੋ ਗਿਆ। ਹੁਣ ਪਾਸਟ ਪਾਰਟਿਸਿਪਲ ਤੋਂ ਅਗਲੀ ਫਾਰਮ ਆਪਣੇ ਕੋਲ ਕਿਹੜੀ ਸੀਗੀ, ਟਾਈਪ ਕਿਹੜੀ ਸੀਗੀ, ਪਰਫੈਕਟ ਪਾਰਟਿਸਿਪਲ। ਤਾਂ ਪਰਫੈਕਟ ਪਾਰਟਿਸਿਪਲ ਆਪਾਂ ਨੂੰ ਕਿਵੇਂ ਪਤਾ ਲੱਗਦਾ ਹੈ, ਪਰਫੈਕਟ ਪਾਰਟਿਸਿਪਲ ਆਪਾਂ ਨੂੰ ਪਤਾ ਚੱਲਦਾ ਜਦੋਂ ਹੈਵਿੰਗ, ਬੀਇੰਗ ਇਸ ਤਰ੍ਹਾਂ ਦੇ ਵਰਡ ਨਾਲ ਲੱਗੇ ਹੁੰਦੇ ਆ। ਤਾਂ ਤੀਸਰੀ ਐਗਜ਼ਾਮਪਲ ਆਪਾਂ ਲੈ ਲਈ ਪਰਫੈਕਟ ਪਾਰਟਿਸਿਪਲ ਦੀ, ਹੈਵਿੰਗ ਫਾਊਂਡ, ਠੀਕ ਹੈ, ਹਿਜ਼ ਮਦਰ। ਹੈਵਿੰਗ ਫਾਊਂਡ ਇਹ ਤੁਹਾਡਾ ਪਾਰਟਿਸਿਪਲ ਆ ਗਿਆ, ਹਿਜ਼ ਮਦਰ। ਨੈਚੁਰਲੀ ਆਪਾਂ ਨੂੰ ਪਤਾ ਮਦਰ ਜਿਹੜਾ ਉਹ ਕਿਸੇ ਉਹਦਾ ਪਰਸਨ ਦਾ, ਰਿਲੇਸ਼ਨ ਦਾ ਨਾਮ ਹੈਗਾ, ਤਾਂ ਇੱਥੇ ਆਪਾਂ ਦਾ ਚਾਈਲਡ ਹੈਵਿੰਗ ਫਾਊਂਡ ਹਿਜ਼ ਮਦਰ ਵਾਜ਼ ਹੈਪੀ ਅਗੇਨ। ਤਾਂ ਆਪਾਂ ਨੂੰ ਇੱਥੇ ਪਤਾ ਲੱਗ ਗਿਆ ਕਿ ਇਹ ਆਪਣੇ ਕੋਲ ਕਿਹੜੀ ਫਾਰਮ ਆ ਗਈ, ਪਰਫੈਕਟ ਪਾਰਟਿਸਿਪਲ। ਤਿੰਨ ਫਾਰਮਸ ਕਰ ਲਈਆਂ ਆਪਾਂ, ਪ੍ਰੈਜ਼ੈਂਟ ਪਾਰਟਿਸਿਪਲ, ਪਾਸਟ ਪਾਰਟਿਸਿਪਲ ਤੇ ਪਰਫੈਕਟ ਪਾਰਟਿਸਿਪਲ। ਤੇ ਉਸੇ ਦੇ ਵਿੱਚ ਮੈਂ ਤੁਹਾਡੇ ਐਗਜ਼ਾਮਪਲਸ ਲਈਆਂ ਨੇ, ਪ੍ਰੈਜ਼ੈਂਟ ਪਾਰਟਿਸਿਪਲ, ਪਾਸਟ ਤੇ ਪਰਫੈਕਟ। ਠੀਕ ਹੈ, ਤਾਂ ਇਹ ਤੁਹਾਡਾ ਅੱਜ ਦਾ ਟੌਪਿਕ ਕਵਰ ਹੋ ਗਿਆ। ਟੌਪਿਕ ਔਖਾ ਨਹੀਂ ਹੈ, ਟੌਪਿਕ ਦੇ ਵੱਲ ਧਿਆਨ ਲਿਜਾਣਾ, ਦਿਮਾਗ ਨੂੰ ਲੈ ਕੇ ਜਾਣਾ, ਉਹ ਥੋੜਾ ਜਿਹਾ ਔਖਾ ਹੈ। ਟੌਪਿਕ ਬਿਲਕੁਲ ਸਿੰਪਲ ਹੈ। ਥੈਂਕ ਯੂ ਸੋ ਮਚ। ਤੁਸੀਂ ਬੜੇ ਧਿਆਨ ਦੇ ਨਾਲ ਇਸ ਨੂੰ ਦੇਖੋ, ਦੁਬਾਰਾ ਵੀ ਦੇਖੋ ਜੇ ਨਹੀਂ ਸਮਝ ਆ ਰਹੀ, ਔਰ ਪਰਫੈਕਟ ਹੋ ਜਾਓ ਇਸ ਟੌਪਿਕ ਦੇ ਵਿੱਚ। ਗ੍ਰਾਮਰ ਚੱਕੋ, ਉਹਦੇ ਵਿੱਚ ਬਹੁਤ ਐਕਸਰਸਾਈਜ਼ ਦਿੱਤੀਆਂ ਹੋਈਆਂ ਨੇ, ਉਹਨਾਂ ਦੀ ਪ੍ਰੈਕਟਿਸ ਕਰੋ। ਔਰ ਪ੍ਰੋਬਲਮ ਆਉਂਦੀ ਹੈ ਤਾਂ ਕੰਟੈਕਟ ਯੂਰ ਟੀਚਰ, ਕੰਟੈਕਟ ਮੀ। ਥੈਂਕ ਯੂ ਸੋ ਮਚ।